ਹੈਲੋ ਸਟੂਡੈਂਟ, ਵੈਲਕਮ ਇਨ ਦਾ ਇਕਨੋਮਿਕਸ ਕਲਾਸ। ਅੱਜ ਦੀ ਪਲੱਸ 2 ਕਲਾਸ ਦੇ ਵਿੱਚ ਅਸੀਂ ਜਿਹੜਾ ਇਕਨੋਮਿਕਸ ਦਾ ਟੌਪਿਕ ਪੜ੍ਹਨ ਜਾ ਰਹੇ ਹਾਂ ਉਹ ਰਾਸ਼ਟਰੀ ਆਮਦਨ ਤੇ ਉਤਪਾਦ ਦੇ ਚੱਕਰੀ ਪ੍ਰਵਾਹ ਦੇ ਲੈਸਨ ਵਿੱਚੋਂ ਲਿਆ ਗਿਆ ਹੈ, ਜਿਸ ਦਾ ਨਾਮ ਹੈ ਦੋ ਖੇਤਰੀ ਮਾਡਲ। ਇਹਦੇ ਵਿੱਚ ਕੀ ਅਸੀਂ ਦੋ ਖੇਤਰਾਂ ਦੀ ਹੀ ਗੱਲ ਕਰਾਂਗੇ, ਉਤਪਾਦਕ ਖੇਤਰ ਤੇ ਘਰੇਲੂ ਖੇਤਰ। ਇਹ ਜਿਹੜਾ ਪ੍ਰਸ਼ਨ ਹੈ ਸਾਡਾ ਕੁਝ ਮਾਨਤਾਵਾਂ ਦੇ ਆਧਾਰਿਤ ਹੁੰਦਾ ਹੈ। ਇਹਨਾਂ ਮਾਨਤਾਵਾਂ ਦੇ ਆਧਾਰ ਤੇ ਹੀ ਅਸੀਂ ਇਸ ਖੇਤਰੀ ਮਾਡਲ ਦੀ ਵਿਆਖਿਆ ਕਰਾਂਗੇ। ਸੋ ਸ਼ੁਰੂ ਕਰਦੇ ਹਾਂ ਅੱਜ ਦਾ ਟੌਪਿਕ ਸਾਡਾ ਹੈ ਆਮਦਨ ਅਤੇ ਉਤਪਾਦ ਦੇ ਚੱਕਰੀ ਪ੍ਰਵਾਹ ਦਾ ਦੋ ਖੇਤਰੀ ਮਾਡਲ। ਜਿਵੇਂ ਕਿ ਨਾਮ ਤੋਂ ਕਲੀਅਰ ਹੁੰਦਾ ਹੈ ਕਿ ਸਾਡੇ ਕੋਲ ਇਹਦੇ ਵਿੱਚ ਦੋ ਖੇਤਰ ਹੀ ਹੋਣਗੇ। ਪਿਛਲੀ ਵੀਡੀਓਜ਼ ਅਸੀਂ 5 ਖੇਤਰ ਪੜ੍ਹੇ ਸੀਗੇ, ਜਿਹਦੇ ਵਿੱਚ ਸੀਗਾ ਉਤਪਾਦਕ ਖੇਤਰ, ਘਰੇਲੂ ਖੇਤਰ, ਸਰਕਾਰੀ ਖੇਤਰ, ਬਾਕੀ ਵਿਸ਼ਵ ਖੇਤਰ ਤੇ ਵਿੱਤੀ ਖੇਤਰ। ਇਹਦੇ ਵਿੱਚ ਅਸੀਂ ਪਹਿਲੇ ਦੋ ਖੇਤਰਾਂ ਦੀ ਹੀ ਗੱਲ ਕਰਾਂਗੇ। ਇਸ ਤੋਂ ਇਲਾਵਾ 3 ਖੇਤਰੀ ਮਾਡਲ ਵੀ ਹੁੰਦਾ ਹੈ, 4 ਖੇਤਰੀ ਮਾਡਲ ਵੀ ਹੁੰਦਾ ਹੈ। ਉਹ ਤੁਹਾਡੇ ਸਿਲੇਬਸ ਦੇ ਵਿੱਚ ਨਹੀਂ ਹੈ ਇਸ ਵਾਰ, ਸਿਰਫ 2 ਖੇਤਰੀ ਮਾਡਲ ਹੀ ਤੁਹਾਡੇ ਸਿਲੇਬਸ ਦੇ ਵਿੱਚ ਇਸ ਵਾਰ ਦਿੱਤਾ ਗਿਆ ਹੈ। ਸਭ ਤੋਂ ਪਹਿਲਾਂ ਮਾਨਤਾਵਾਂ ਦੀ ਗੱਲ ਕਰਦੇ ਹਾਂ ਕਿ ਜਿਹੜਾ ਮਾਨਤਾਵਾਂ ਦੇ ਵਿੱਚ ਕੀ ਹੈ, ਅਸੀਂ ਸਿਰਫ 2 ਖੇਤਰ ਹੀ ਲੈ ਕੇ ਚੱਲਾਂਗੇ, ਜਿਹਦੇ ਵਿੱਚ ਕੀ ਹੈ, ਇੱਕ ਉਤਪਾਦਕ ਖੇਤਰ ਹੈ, ਦੂਸਰਾ ਕੀ ਹੈ, ਘਰੇਲੂ ਖੇਤਰ। ਉਤਪਾਦਕ ਖੇਤਰ ਕੀ ਕਰਦਾ ਹੈ, ਉਤਪਾਦਨ ਦੇ ਸਾਧਨਾਂ ਦੀ ਵਰਤੋਂ ਕਰਕੇ ਉਤਪਾਦਨ ਕਰਦਾ ਹੈ। ਸੈਕੰਡ ਜਿਹੜੀ ਹੈ ਸਾਡੀ ਮਾਨਤਾ ਉਹ ਹੈ ਸਰਕਾਰ ਦਾ ਆਰਥਿਕ ਕਿਰਿਆਵਾਂ ਉੱਤੇ ਕੋਈ ਪ੍ਰਭਾਵ ਨਹੀਂ ਹੁੰਦਾ। ਭਾਵ ਕਿ ਇਸ ਖੇਤਰੀ ਮਾਡਲ ਦੇ ਵਿੱਚ ਅਸੀਂ ਕੀ ਆ, ਸਰਕਾਰ ਦਾ ਕੋਈ ਵੀ ਰੋਲ ਨਹੀਂ ਲੈ ਕੇ ਚੱਲਦੇ, ਸਰਕਾਰ ਕੋਈ ਵੀ ਟੈਕਸ ਜਾਂ ਆਰਥਿਕ ਸਹਾਇਤਾ ਨਹੀਂ ਦਿੰਦੀ। ਇਸ ਖੇਤਰੀ ਮਾਡਲ ਦੇ ਵਿੱਚ ਕੀ ਹੈ, ਸਰਕਾਰ ਦਾ ਕੋਈ ਵੀ ਆਰਥਿਕ ਕਿਰਿਆਵਾਂ ਉੱਪਰ ਕੋਈ ਵੀ ਪ੍ਰਭਾਵ ਨਹੀਂ ਹੁੰਦਾ। ਥਰਡ ਜਿਹੜਾ ਹੈ ਸਾਡਾ ਬੰਦ ਅਰਥ ਵਿਵਸਥਾ। ਬੰਦ ਅਰਥ ਵਿਵਸਥਾ ਤੋਂ ਭਾਵ ਹੈ ਕਿ ਇਸ ਅਰਥ ਵਿਵਸਥਾ ਦੇ ਵਿੱਚ ਕੀ ਹੈ, ਨਾ ਹੀ ਆਜ਼ਾਦ ਕੀਤਾ ਜਾਂਦਾ ਨਾ ਹੀ ਨਿਰਯਾਤ ਕੀਤਾ ਜਾਂਦਾ। ਭਾਵ ਇਸ ਖੇਤਰੀ ਮਾਡਲ ਦੇ ਵਿੱਚ ਬਾਕੀ ਵਿਸ਼ਵ ਖੇਤਰ ਦੀ ਕੋਈ ਵੀ ਹੋਂਦ ਨਹੀਂ ਹੁੰਦੀ। ਇਸੇ ਕਰਕੇ ਇਸ ਨੂੰ ਬੰਦ ਅਰਥ ਵਿਵਸਥਾ ਆਖਦੇ ਆ, ਜਿਸ ਵਿੱਚ ਕੀ ਆ, ਆਯਾਤ ਅਤੇ ਨਿਰਯਾਤ ਨਹੀਂ ਕੀਤਾ ਜਾਂਦਾ। ਫੋਰਥ ਪੁਆਇੰਟ ਜਿਹੜਾ ਸਾਡਾ ਹੈ, ਘਰੇਲੂ ਖੇਤਰ ਦੁਆਰਾ ਕੋਈ ਵੀ ਬੱਚਤ ਨਹੀਂ ਕੀਤੀ ਜਾਂਦੀ। ਘਰੇਲੂ ਖੇਤਰ ਦੀ ਜੋ ਵੀ ਆਮਦਨ ਹੁੰਦੀ ਹੈ ਉਹ ਸਾਰੀ ਆਮਦਨ ਵਸਤੂਆਂ ਤੇ ਸੇਵਾਵਾਂ ਦੇ ਭੋਗ ਤੇ ਖਰਚ ਕਰਦੀ ਹੈ। ਸੋ ਆਪਾਂ ਕਹਿ ਸਕਦੇ ਇਸ ਖੇਤਰੀ ਮਾਡਲ ਵਿੱਚ ਵਿੱਤੀ ਖੇਤਰ ਦੀ ਹੋਂਦ ਨਹੀਂ ਹੁੰਦੀ, ਵਿੱਤੀ ਖੇਤਰ ਦਾ ਕੋਈ ਵੀ ਰੋਲ ਨਹੀਂ ਹੁੰਦਾ, ਕਿਉਂਕਿ ਜਿੰਨਾ ਵੀ ਆਮਦਨ ਦਾ ਪ੍ਰਵਾਹ ਹੈ ਉਹ ਕੀ ਹੈ, ਲਗਾਤਾਰ ਚੱਲਦਾ ਰਹਿੰਦਾ। ਆਪਾਂ ਕਹਿ ਸਕਦੇ ਹਾਂ ਇਸ ਖੇਤਰੀ ਮਾਡਲ ਦੇ ਵਿੱਚ ਸਿਰਫ 2 ਹੀ ਖੇਤਰ ਲੈ ਕੇ ਚੱਲਦੇ ਹਾਂ। ਪਹਿਲਾ ਖੇਤਰ ਹੈ ਉਤਪਾਦਕ ਖੇਤਰ, ਦੂਸਰਾ ਹੈ ਘਰੇਲੂ ਖੇਤਰ। 2 ਖੇਤਰੀ ਮਾਡਲ ਜੋ ਅਸੀਂ ਪੜ੍ਹਨਾ ਹੈ ਉਸ ਦੇ ਵਿੱਚ ਕੀ ਹੈ, ਵਾਸਤਵਿਕ ਪ੍ਰਵਾਹ ਤੇ ਮੌਦਰਿਕ ਪ੍ਰਵਾਹ ਦੇ 2 ਪ੍ਰਸ਼ਨ ਜਿਹੜੇ ਅਸੀਂ ਪੜ੍ਹੇ ਸੀਗੇ ਉਹਦੇ ਨਾਲ ਰਿਲੇਟਡ ਹੀ ਇਹ 2 ਖੇਤਰੀ ਮਾਡਲ ਬਣਦਾ ਹੈ। ਸੋ ਆਪਾਂ ਸ਼ੁਰੂ ਕਰਦੇ ਹਾਂ 2 ਖੇਤਰੀ ਮਾਡਲ ਦੀ ਵਿਆਖਿਆ। ਸਭ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਕਿ ਉਤਪਾਦਕ ਖੇਤਰ ਸਾਡੇ ਕੋਲ ਇੱਕ ਹੈ, ਦੂਸਰੇ ਪਾਸੇ ਕਾਲਮ ਹੈ ਸਾਡਾ ਘਰੇਲੂ ਖੇਤਰ। ਸਭ ਤੋਂ ਪਹਿਲਾਂ ਅਸੀਂ ਦੇਖਾਂਗੇ ਕਿ ਘਰੇਲੂ ਖੇਤਰ ਵੱਲੋਂ ਉਤਪਾਦਨ ਦੇ ਸਾਧਨ ਜਿਹੜੇ ਆ ਉਹ ਮੁਹੱਈਆ ਕਰਾਏ ਜਾ ਰਹੇ ਹਨ ਉਤਪਾਦਕ ਖੇਤਰ ਨੂੰ। ਕਿਹੜੇ ਸਾਧਨ ਹਨ? ਭੂਮੀ, ਕਿਰਤ, ਪੂੰਜੀ, ਉਦਮੀ। ਇਹ ਉਤਪਾਦਨ ਦੇ ਸਾਧਨਾਂ ਦਾ ਮਾਲਕ ਕੌਣ ਹੁੰਦਾ ਹੈ? ਘਰੇਲੂ ਖੇਤਰ। ਘਰੇਲੂ ਖੇਤਰ ਕੀ ਕਰਦਾ ਹੈ? ਉਤਪਾਦਕ ਖੇਤਰ ਨੂੰ ਉਤਪਾਦਨ ਦੇ ਸਾਧਨ ਮੁਹੱਈਆ ਕਰਾਉਂਦਾ ਹੈ। ਇਹਨਾਂ ਸਾਧਨਾਂ ਦੀ ਵਰਤੋਂ ਕਰਕੇ ਉਤਪਾਦਕ ਖੇਤਰ ਕੀ ਹੈ, ਵਸਤੂਆਂ ਅਤੇ ਸੇਵਾਵਾਂ ਦੀ ਪੈਦਾਵਾਰ ਕਰਦਾ ਹੈ। ਉਹ ਵਸਤੂਆਂ ਅਤੇ ਸੇਵਾਵਾਂ ਜਿਹੜੀਆਂ ਆ ਉਹ ਘਰੇਲੂ ਖੇਤਰ ਵੱਲ ਨੂੰ ਉਸ ਦਾ ਪ੍ਰਵਾਹ ਹੁੰਦਾ ਹੈ। ਜਿਵੇਂ ਅਸੀਂ ਦੇਖ ਸਕਦੇ ਹਾਂ ਕਿ ਵਸਤੂਆਂ ਅਤੇ ਸੇਵਾਵਾਂ ਦਾ ਜਿਹੜਾ ਐਰੋ ਹੈ ਉਹ ਘਰੇਲੂ ਖੇਤਰ ਵੱਲ ਨੂੰ ਜਾ ਰਿਹਾ ਹੈ, ਤੇ ਸਾਧਨ ਸੇਵਾਵਾਂ ਜਿਹੜੀਆਂ ਆ ਉਹ ਘਰੇਲੂ ਖੇਤਰ ਵੱਲੋਂ ਕੀ ਆ, ਉਤਪਾਦਕ ਖੇਤਰ ਵੱਲ ਨੂੰ ਆ ਰਹੀਆਂ ਹਨ, ਜੋ ਕਿ ਵਾਸਤਵਿਕ ਪ੍ਰਵਾਹ ਦੇ ਵਿੱਚ ਅਸੀਂ ਪੜ੍ਹਿਆ ਸੀ। ਸੋ ਸੈਕੰਡ ਜਿਹੜਾ ਹੈ ਸਾਡਾ, ਇਸ ਤੋਂ ਬਾਅਦ ਕੀ ਕੀਤਾ ਜਾਂਦਾ ਹੈ ਕਿ ਘਰੇਲੂ ਖੇਤਰ ਨੂੰ ਉਤਪਾਦਕ ਖੇਤਰ ਵੱਲੋਂ ਸਾਧਨ ਸੇਵਾਵਾਂ ਦਾ ਭੁਗਤਾਨ ਕੀਤਾ ਜਾਂਦਾ ਹੈ। ਜਿਹੜੀਆਂ ਸਾਧਨ ਦੀਆਂ ਸੇਵਾਵਾਂ ਦਿੱਤੀਆਂ ਹਨ, ਭੂਮੀ, ਕਿਰਤ, ਪੂੰਜੀ, ਉਦਮੀ, ਘਰੇਲੂ ਖੇਤਰ ਨੇ, ਉਹਨਾਂ ਦੇ ਬਦਲੇ ਮੌਦਰਿਕ ਰੂਪ ਵਿੱਚ ਪ੍ਰਵਾਹ ਜਿਹੜਾ ਕੀਤਾ ਜਾ ਰਿਹਾ ਉਤਪਾਦਕ ਖੇਤਰ ਵੱਲੋਂ, ਉਹਨਾਂ ਦੀ ਆਮਦਨ ਦੇ ਰੂਪ ਵਿੱਚ, ਜਿਵੇਂ ਆਪਾਂ ਕਹਿੰਦੇ ਭੂਮੀ ਨੂੰ ਲਗਾਨ ਦੇ ਰੂਪ ਵਿੱਚ ਮੌਦਰਿਕ ਪ੍ਰਵਾਹ ਕੀਤਾ ਜਾ ਰਿਹਾ ਉਤਪਾਦਕ ਖੇਤਰ ਵੱਲੋਂ। ਇਸ ਤਰੀਕੇ ਨਾਲ ਕਿਰਤ ਨੂੰ ਮਜ਼ਦੂਰੀ, ਪੂੰਜੀ ਨੂੰ ਵਿਆਜ, ਉਦਮੀ ਨੂੰ ਲਾਭ, ਇਹ ਸਾਰੇ ਕੀ ਹੈ, ਸਾਧਨਾਂ ਦੀ ਆਮਦਨ ਦਾ ਭੁਗਤਾਨ ਮੌਦਰਿਕ ਰੂਪ ਵਿੱਚ ਕੀਤਾ ਜਾ ਰਿਹਾ ਹੈ ਉਤਪਾਦਕ ਖੇਤਰ ਵੱਲੋਂ ਘਰੇਲੂ ਖੇਤਰ ਵੱਲ ਨੂੰ। ਸੋ ਇਸ ਤੋਂ ਬਾਅਦ ਕੀ ਆ, ਘਰੇਲੂ ਖੇਤਰ ਦੀ ਆਮਦਨ ਹੋਣ ਤੋਂ ਬਾਅਦ ਕੀ ਆ, ਘਰੇਲੂ ਖੇਤਰ ਆਪਣੀ ਆਮਦਨ ਦਾ ਸਾਰਾ ਹੀ ਹਿੱਸਾ, ਆਪਣੀ ਸਾਰੀ ਦੀ ਸਾਰੀ ਆਮਦਨ ਕੀ ਆ, ਵਸਤੂਆਂ ਅਤੇ ਸੇਵਾਵਾਂ ਦੇ ਉੱਪਰ ਭੋਗ ਖਰਚ ਦੇ ਰੂਪ ਵਿੱਚ ਖਰਚਦੀ ਹੈ, ਜੋ ਕੀ ਹੈ ਮੌਦਰਿਕ ਰੂਪ ਵਿੱਚ ਪ੍ਰਵਾਹ ਕੀ ਆ, ਦੁਆਰਾ ਉਤਪਾਦਕ ਖੇਤਰ ਵੱਲ ਨੂੰ ਆ ਰਿਹਾ ਹੈ। ਸੋ ਆਪਾਂ ਦੇਖ ਸਕਦੇ ਹਾਂ ਕਿ ਪਹਿਲਾਂ ਸ਼ੁਰੂ ਦੇ ਵਿੱਚ ਕੀ ਹੁੰਦਾ ਹੈ ਕਿ ਵਾਸਤਵਿਕ ਪ੍ਰਵਾਹ ਦੇ ਰੂਪ ਵਿੱਚ ਕੀ ਆ, ਘਰੇਲੂ ਖੇਤਰ ਵੱਲੋਂ ਉਤਪਾਦਕ ਖੇਤਰ ਵੱਲ ਨੂੰ ਸਾਧਨ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ। ਉਸ ਦੇ ਬਦਲੇ ਕੀ ਆ, ਉਤਪਾਦਕ ਖੇਤਰ ਘਰੇਲੂ ਖੇਤਰ ਨੂੰ ਵਸਤੂਆਂ ਤੇ ਸੇਵਾਵਾਂ ਦਾ ਪ੍ਰਵਾਹ ਕਰਦਾ, ਜੋ ਇੱਕ ਵਾਸਤਵਿਕ ਪ੍ਰਵਾਹ ਹੈ। ਇਸ ਤੋਂ ਬਾਅਦ ਕੀ ਕੀਤਾ ਜਾਂਦਾ ਹੈ, ਉਤਪਾਦਕ ਖੇਤਰ ਘਰੇਲੂ ਖੇਤਰ ਨੂੰ ਸਾਧਨ ਸੇਵਾਵਾਂ ਦਾ ਭੁਗਤਾਨ ਕਰਦਾ ਹੈ, ਉਹਨਾਂ ਨੂੰ ਆਮਦਨ ਦੇ ਰੂਪ ਵਿੱਚ ਭੁਗਤਾਨ ਕਰਦਾ ਹੈ। ਉਹ ਕੀ ਹੈ, ਕਿਸੇ ਦਾ ਮੌਦਰਿਕ ਪ੍ਰਵਾਹ ਹੈ ਉਹ ਘਰੇਲੂ ਖੇਤਰ ਵੱਲ ਨੂੰ। ਘਰੇਲੂ ਖੇਤਰ ਇਸ ਤੋਂ ਬਾਅਦ ਕੀ ਕਰਦਾ, ਆਪਣੀ ਸਾਰੀ ਦੀ ਸਾਰੀ ਆਮਦਨ ਨੂੰ ਉਪਭੋਗ ਦੇ ਉੱਪਰ ਖਰਚ ਕਰਦਾ ਹੈ, ਜੋ ਕਿ ਉਪਭੋਗ ਖਰਚ ਦੇ ਰੂਪ ਵਿੱਚ ਕੀ ਆ, ਉਤਪਾਦਕ ਖੇਤਰ ਦੀ ਆਮਦਨ ਹੋ ਜਾਂਦੀ ਹੈ। ਇਸ ਤਰ੍ਹਾਂ ਆਪਾਂ ਦੇਖ ਸਕਦੇ ਹਾਂ ਕਿ ਇੱਕ ਖੇਤਰ ਦੀ ਜਿਹੜੀ ਭੁਗਤਾਨ ਹੈ ਉਹ ਦੂਸਰੇ ਖੇਤਰ ਦੀ ਕੀ ਆਮਦਨ ਹੁੰਦੀ ਹੈ। ਸੋ ਇਹ ਇਸੇ ਕਰਕੇ ਇਸ ਨੂੰ ਚੱਕਰੀ ਪ੍ਰਵਾਹ ਆਖਦੇ ਆ ਕਿ ਇੱਕ ਚੱਕਰ ਦੇ ਰੂਪ ਵਿੱਚ ਵਾਸਤਵਿਕ ਪ੍ਰਵਾਹ ਤੇ ਮੌਦਰਿਕ ਪ੍ਰਵਾਹ ਲਗਾਤਾਰ ਚੱਲਦਾ ਰਹਿੰਦਾ ਹੈ।
ਇਸ ਮਾਡਲ ਦੀ ਵਿਆਖਿਆ ਕਰਨ ਸਮੇਂ ਅਸੀਂ ਪਹਿਲਾ ਹੈਡਿੰਗ ਬਣਾਵਾਂਗੇ ਘਰੇਲੂ ਖੇਤਰ। ਘਰੇਲੂ ਖੇਤਰ ਦੀ ਜੋ ਵੀ ਭੁਗਤਾਨ ਕੀਤਾ ਜਾ ਰਿਹਾ ਹੈ, ਚਾਹੇ ਉਹ ਸਾਧਨ ਸੇਵਾਵਾਂ ਦਾ ਭੁਗਤਾਨ ਹੈ, ਚਾਹੇ ਉਹ ਭੋਗ ਖਰਚ ਦਾ ਭੁਗਤਾਨ ਹੈ, ਉਹਦੀ ਅਸੀਂ ਇਹਦੇ ਵਿੱਚ ਵਿਆਖਿਆ ਕਰਾਂਗੇ। ਦੂਸਰਾ ਹੈਡਿੰਗ ਅਸੀਂ ਬਣਾਵਾਂਗੇ ਉਤਪਾਦਕ ਖੇਤਰ। ਉਤਪਾਦਕ ਖੇਤਰ ਦਾ ਜਿਹੜਾ ਵੀ ਵਾਸਤਵਿਕ ਪ੍ਰਵਾਹ ਵਸਤੂਆਂ ਅਤੇ ਸੇਵਾਵਾਂ ਦੇ ਰੂਪ ਵਿੱਚ ਕੀਤਾ ਜਾ ਰਿਹਾ ਉਹ ਅਸੀਂ ਦੱਸਾਂਗੇ। ਉਸ ਤੋਂ ਬਾਅਦ ਕੀ ਹੈ, ਸਾਧਨ ਸੇਵਾਵਾਂ ਦੀ ਆਮਦਨ ਦਾ ਭੁਗਤਾਨ ਜੋ ਵੀ ਘਰੇਲੂ ਖੇਤਰ ਵੱਲ ਨੂੰ ਜਾ ਰਿਹਾ ਹੈ ਅਸੀਂ ਉਸ ਦੀ ਵਿਆਖਿਆ ਕਰਾਂਗੇ। ਸੋ ਇਹ ਜਿਹੜਾ 2 ਖੇਤਰੀ ਮਾਡਲ ਹੈ ਤੁਹਾਨੂੰ 6 ਜਾਂ 4 ਨੰਬਰ ਵਿੱਚ ਪੁੱਛਿਆ ਜਾ ਸਕਦਾ ਹੈ। ਇਹਦੇ ਵਿੱਚ ਤੁਸੀਂ ਸਭ ਤੋਂ ਪਹਿਲਾਂ ਮੀਨਿੰਗ ਲਿਖੋਗੇ ਆਮਦਨ ਅਤੇ ਉਤਪਾਦ ਦੇ ਚੱਕਰੀ ਪ੍ਰਵਾਹ ਦਾ, ਫਿਰ ਤੁਸੀਂ 2 ਖੇਤਰੀ ਮਾਡਲ ਦੀਆਂ ਮਾਨਤਾਵਾਂ, ਫਿਰ ਇਸ ਮਾਡਲ ਜਾਂ ਚਾਰਟ ਨੂੰ ਤੁਸੀਂ ਪੇਸ਼ ਕਰੋਗੇ। ਉਸ ਤੋਂ ਬਾਅਦ ਇਸ ਦੀਆਂ ਵਿਆਖਿਆ ਕਰੋਗੇ ਘਰੇਲੂ ਖੇਤਰ ਦਾ ਹੈਡਿੰਗ ਬਣਾ ਕੇ ਤੇ ਉਤਪਾਦਕ ਖੇਤਰ ਦਾ ਹੈਡਿੰਗ ਬਣਾ ਕੇ। 2 ਖੇਤਰੀ ਮਾਡਲ ਦਾ ਜਿਹੜਾ ਪ੍ਰਸ਼ਨ ਤੁਹਾਨੂੰ 2 ਤਰੀਕੇ ਨਾਲ ਪੁੱਛਿਆ ਜਾ ਸਕਦਾ, ਜਿਸ ਵਿੱਚ ਵਿੱਤੀ ਖੇਤਰ ਦਾ ਕੋਈ ਰੋਲ ਨਹੀਂ ਹੁੰਦਾ। ਦੂਸਰਾ ਤੁਹਾਨੂੰ ਪ੍ਰਸ਼ਨ ਪੁੱਛਿਆ ਜਾ ਸਕਦਾ ਜਿਸ ਮਾਡਲ ਦੇ ਵਿੱਚ ਵਿੱਤੀ ਖੇਤਰ ਦਾ ਰੋਲ ਹੁੰਦਾ ਹੈ, ਭਾਵ ਕਿ ਘਰੇਲੂ ਖੇਤਰ ਕੀ ਹੈ ਬੱਚਤ ਕਰਦਾ ਹੈ, ਉਸ ਮਾਡਲ ਦੀ ਵਿਆਖਿਆ ਕਰੋ। ਦੈਨ ਸਾਡੀ ਮਾਨਤਾਵਾਂ ਦੇ ਵਿੱਚ ਥੋੜਾ ਚੇਂਜ ਹੋਵੇਗਾ। ਫਿਰ ਆਪਾਂ ਕੀ ਦੇਖਾਂਗੇ, ਚੌਥੀ ਮਾਨਤਾ ਜਿਹੜੀ ਹੋਵੇਗੀ ਘਰੇਲੂ ਖੇਤਰ ਦੁਆਰਾ ਕੀ ਹੈ ਬੱਚਤ ਕੀਤੀ ਜਾਂਦੀ, ਜਿਸ ਦੇ ਕਾਰਨ ਕੀ ਹੈ ਵਿੱਤੀ ਖੇਤਰ ਵੀ ਆਪਣਾ ਰੋਲ ਪਲੇ ਕਰਦਾ ਹੈ। ਸੋ ਆਪਾਂ ਦੇਖਦੇ ਹਾਂ ਕਿ 2 ਖੇਤਰੀ ਮਾਡਲ ਵਿੱਤੀ ਖੇਤਰ ਦੇ ਨਾਲ ਅਸੀਂ ਉਸ ਨੂੰ ਕਿਵੇਂ ਵਿਆਖਿਆ ਕਰਾਂਗੇ। ਆਪਾਂ ਕੀ ਦੇਖਾਂਗੇ, ਵਿੱਤੀ ਖੇਤਰ ਜਿਹੜਾ ਸਾਡਾ ਇਹਦੇ ਵਿੱਚ ਐਡ ਹੋਵੇਗਾ। ਕਿਉਂ ਹੋਵੇਗਾ? ਕਿਉਂਕਿ ਘਰੇਲੂ ਖੇਤਰ ਜਿਹੜੀ ਹੈ ਸਾਰੀ ਸਾਧਨਾਂ ਦੀ ਆਮਦਨ ਤੋਂ ਪ੍ਰਾਪਤ ਆਮਦਨ ਨੂੰ ਭੋਗ ਖਰਚ ਦੇ ਉੱਪਰ ਨਹੀਂ ਖਰਚਦਾ, ਵਸਤੂਆਂ ਤੇ ਸੇਵਾਵਾਂ ਦੇ ਉੱਪਰ ਨਹੀਂ ਖਰਚਦਾ। ਇਸ ਲਈ ਕੀ ਹੈ ਉਹ ਥੋੜੇ ਜਿਹੇ ਪੈਸੇ ਬਚਾ ਕੇ ਰੱਖ ਲੈਂਦਾ ਹੈ। ਉਸ ਬੱਚਤ ਨੂੰ ਕੀ ਕੀਤਾ ਜਾਂਦਾ ਹੈ, ਵਿੱਤੀ ਖੇਤਰ ਦੇ ਕੋਲ ਜਮ੍ਹਾਂ ਕਰਵਾ ਦਿੱਤਾ ਜਾਂਦਾ ਹੈ। ਉਸ ਜਮ੍ਹਾਂ ਹੋਈ ਰਾਸ਼ੀ ਨੂੰ ਵਿੱਤੀ ਖੇਤਰ ਕੀ ਕਰਦਾ ਹੈ, ਉਤਪਾਦਕ ਖੇਤਰ ਨੂੰ ਨਿਵੇਸ਼ ਕਰਨ ਲਈ ਉਧਾਰ ਦਿੰਦਾ ਹੈ, ਤਾਂ ਜੋ ਜਿਹੜਾ ਲੈਵਲ ਆਫ ਇਨਕਮ ਹੈ, ਸਰਕੂਲਰ ਫਲੋ ਆਫ ਇਨਕਮ ਦਾ ਜਿਹੜਾ ਪੱਧਰ ਹੈ ਉਹ ਹੇਠਾਂ ਨਾ ਜਾਵੇ ਬੱਚਤ ਹੋਣ ਦੇ ਕਾਰਨ। ਕਿ ਵਿੱਤੀ ਖੇਤਰ ਕੀ ਕਰਦਾ ਹੈ, ਘਰੇਲੂ ਖੇਤਰ ਦੀਆਂ ਬੱਚਤਾਂ ਨੂੰ ਜਮ੍ਹਾਂ ਦੇ ਰੂਪ ਵਿੱਚ ਸਵੀਕਾਰ ਕਰਦਾ ਹੈ, ਉਸ ਬੱਚਤ ਨੂੰ ਉਧਾਰ ਦਿੰਦਾ ਹੈ ਉਤਪਾਦਕ ਖੇਤਰ ਨੂੰ। ਉਤਪਾਦਕ ਖੇਤਰ ਕੀ ਕਰਦਾ ਹੈ, ਉਸ ਦਾ ਨਿਵੇਸ਼ ਕਰਦਾ ਹੈ ਤੇ ਦੁਬਾਰਾ ਫਿਰ ਜਿਹੜਾ ਉਤਪਾਦਨ ਦਾ ਪੱਧਰ ਨੂੰ ਵਧਾਉਣ ਦੀ ਕੋਸ਼ਿਸ਼ ਕਰਦਾ ਹੈ। ਸੋ ਆਪਾਂ ਕਹਿ ਸਕਦੇ ਕਿ ਵਿੱਤੀ ਖੇਤਰ ਦਾ ਵੀ ਇੱਕ ਰੋਲ ਹੁੰਦਾ ਹੈ। ਕਦੋਂ ਹੁੰਦਾ ਹੈ, ਜਦੋਂ ਬੱਚਤ ਕੀਤੀ ਜਾਂਦੀ ਹੈ ਘਰੇਲੂ ਖੇਤਰ ਦੁਆਰਾ। ਉਸ ਜਮ੍ਹਾਂ ਹੋਈ ਰਾਸ਼ੀ ਨੂੰ ਵਿੱਤੀ ਖੇਤਰ ਦੁਆਰਾ ਸਰਕੂਲੇਸ਼ਨ ਦੇ ਵਿੱਚ ਲੈ ਕੇ ਆਉਂਦਾ ਹੈ, ਉਤਪਾਦਕ ਖੇਤਰ ਨੂੰ ਉਧਾਰ ਦੇ ਕੇ। ਉਤਪਾਦਕ ਖੇਤਰ ਉਸ ਰਾਸ਼ੀ ਨੂੰ ਨਿਵੇਸ਼ ਕਰਦਾ ਹੈ। ਨਿਵੇਸ਼ ਕਰਨ ਦੇ ਨਾਲ ਕੀ ਹੁੰਦਾ ਹੈ, ਆਮਦਨ ਅਤੇ ਉਤਪਾਦ ਦਾ ਚੱਕਰੀ ਪ੍ਰਵਾਹ ਦਾ ਜਿਹੜਾ ਲੈਵਲ ਹੈ ਉਹ ਹੇਠਾਂ ਨਹੀਂ ਆਉਂਦਾ, ਉਸ ਦਾ ਪੱਧਰ ਪਹਿਲਾਂ ਵਾਲੇ ਪੱਧਰ ਤੇ ਬਣਿਆ ਰਹਿੰਦਾ। ਸੋ ਇਸ ਮਾਡਲ ਤੋਂ ਕਲੀਅਰ ਹੋ ਜਾਂਦਾ ਕਿ ਵਿੱਤੀ ਖੇਤਰ ਕਦੋਂ ਪਾਇਆ ਜਾਂਦਾ, ਜਦੋਂ ਘਰੇਲੂ ਖੇਤਰ ਦੁਆਰਾ ਬੱਚਤ ਕੀਤੀ ਜਾਂਦੀ ਹੈ। ਉਸ ਬੱਚਤ ਨੂੰ ਦੁਆਰਾ ਸਰਕੂਲੇਸ਼ਨ ਦੇ ਵਿੱਚ ਲਿਆਉਣ ਦੇ ਲਈ ਵਿੱਤੀ ਖੇਤਰ ਜਮ੍ਹਾਂ ਦੇ ਰੂਪ ਵਿੱਚ ਸਵੀਕਾਰ ਕੀਤੀ ਹੋਈ ਰਾਸ਼ੀ ਨੂੰ ਉਤਪਾਦਕ ਖੇਤਰ ਨੂੰ ਨਿਵੇਸ਼ ਕਰਨ ਲਈ ਉਧਾਰ ਦਿੰਦਾ ਹੈ। ਤੁਸੀਂ ਇਸ ਪ੍ਰਸ਼ਨ ਦੀ ਵਿਆਖਿਆ ਕਰਨ ਦੇ ਲਈ ਤੀਸਰਾ ਹੈਡਿੰਗ ਹੋਰ ਬਣਾਉਣਾ ਹੈ, ਵਿੱਤੀ ਖੇਤਰ। ਵਿੱਤੀ ਖੇਤਰ ਦੇ ਵਿੱਚ ਤੁਸੀਂ ਲਿਖਣਾ ਹੈ ਕਿ ਘਰੇਲੂ ਖੇਤਰ ਜੋ ਵੀ ਪੈਸਾ ਬੱਚਤ ਦੇ ਰੂਪ ਵਿੱਚ ਆਪਣੇ ਕੋਲ ਜਮ੍ਹਾਂ ਕਰ ਲੈਂਦਾ ਹੈ, ਉਸ ਨੂੰ ਵਿੱਤੀ ਖੇਤਰ ਕੀ ਹੈ ਉਧਾਰ ਦਿੰਦਾ ਹੈ ਉਤਪਾਦਕ ਖੇਤਰ ਨੂੰ ਨਿਵੇਸ਼ ਕਰਨ ਦੇ ਲਈ। ਨੈਕਸਟ ਜਿਹੜਾ ਅਸੀਂ ਟੌਪਿਕ ਕਰਨ ਜਾ ਰਹੇ ਹਾਂ ਉਹ ਚੱਕਰੀ ਪ੍ਰਵਾਹ ਦੇ 3 ਪੱਖ। ਜਿਹੜਾ ਵੀ ਆਮਦਨ ਅਤੇ ਉਤਪਾਦ ਦਾ ਚੱਕਰੀ ਪ੍ਰਵਾਹ ਚੱਲਦਾ ਹੈ ਉਹਦੇ ਵਿੱਚ 3 ਪੱਖ ਹੁੰਦੇ ਹਨ। ਪਹਿਲਾ ਪੱਖ ਹੁੰਦਾ ਹੈ ਉਤਪਾਦਨ ਪੱਖ। ਸਭ ਤੋਂ ਪਹਿਲਾਂ ਕੀ ਕਰਦਾ ਉਤਪਾਦਕ ਕਰਦਾ, ਉਤਪਾਦਨ ਦੇ ਸਾਧਨਾਂ ਨੂੰ ਘਰੇਲੂ ਖੇਤਰ ਤੋਂ ਲੈ ਕੇ ਉਤਪਾਦਨ ਕਰਨ ਦੀ ਕੋਸ਼ਿਸ਼ ਕਰਦਾ ਹੈ। ਉਤਪਾਦਨ ਕਰਕੇ ਕੀ ਵਸਤੂਆਂ ਤੇ ਸੇਵਾਵਾਂ ਦਾ ਪ੍ਰਵਾਹ ਘਰੇਲੂ ਖੇਤਰ ਵੱਲ ਨੂੰ ਕਰਦਾ ਹੈ, ਜੋ ਕਿ ਇੱਕ ਵਾਸਤਵਿਕ ਪ੍ਰਵਾਹ ਹੈ, ਵਾਸਤਵਿਕ ਰੂਪ ਵਿੱਚ ਕੀਤਾ ਜਾਂਦਾ ਹੈ। ਜਦੋਂ ਇਹਨਾਂ ਵਸਤੂਆਂ ਤੇ ਸੇਵਾਵਾਂ ਦਾ ਅਸੀਂ ਬਾਜ਼ਾਰ ਮੁੱਲ ਦੇ ਵਿੱਚ ਪ੍ਰਵਾਹ ਕਰਦੇ ਹਾਂ, ਦੈਨ ਇਹ ਕੀ ਹੋ ਜਾਂਦਾ, ਮੌਦਰਿਕ ਪ੍ਰਵਾਹ ਹੋ ਜਾਂਦਾ। ਸੋ ਆਪਾਂ ਕਹਿ ਸਕਦੇ ਉਤਪਾਦਨ ਦਾ ਪੱਖ ਜਿਹੜਾ ਹੈ ਉਹ ਚੱਕਰੀ ਪ੍ਰਵਾਹ ਦਾ ਸਭ ਤੋਂ ਪਹਿਲੀ ਫੇਸ ਹੈ, ਪਹਿਲੀ ਸਟੇਜ ਹੈ। ਸੈਕੰਡ ਸਟੇਜ ਦੇ ਵਿੱਚ ਕੀ ਹੁੰਦਾ ਹੈ, ਵੰਡ ਕੀਤੀ ਜਾਂਦੀ ਹੈ। ਉਤਪਾਦਨ ਦੇ ਸਾਧਨਾਂ ਨੂੰ ਕੀ ਕੀਤਾ ਜਾਂਦਾ ਹੈ, ਉਹਨਾਂ ਨੂੰ ਆਮਦਨ ਦਿੱਤੀ ਜਾਂਦੀ, ਭੂਮੀ ਨੂੰ ਲਗਾਨ, ਕਿਰਤ ਨੂੰ ਮਜ਼ਦੂਰੀ, ਪੂੰਜੀ ਨੂੰ ਵਿਆਜ, ਉਦਮੀ ਨੂੰ ਲਾਭ, ਜੋ ਵੀ ਕੀ ਹੈ ਇਹ ਮੌਦਰਿਕ ਰੂਪ ਵਿੱਚ ਪ੍ਰਵਾਹ ਕੀਤਾ ਜਾਂਦਾ ਹੈ। ਸੋ ਸੈਕੰਡ ਜਿਹੜਾ ਫੇਸ ਹੈ ਉਹ ਹੈ ਵੰਡ ਦੇ ਰੂਪ ਵਿੱਚ, ਜੋ ਕੀ ਹੈ ਉਤਪਾਦਕ ਖੇਤਰ ਦੁਆਰਾ ਘਰੇਲੂ ਖੇਤਰ ਦੇ ਸਾਧਨਾਂ ਨੂੰ ਕੀ ਹੈ ਉਹਨਾਂ ਦੀ ਆਮਦਨ ਦੇ ਰੂਪ ਵਿੱਚ ਭੁਗਤਾਨ ਕੀਤਾ ਜਾਂਦਾ ਹੈ। ਥਰਡ ਜਿਹੜੀ ਫੇਸ ਹੈ ਉਹ ਹੈ ਖਰਚਾ ਪੱਖ। ਘਰੇਲੂ ਖੇਤਰ ਦੇ ਹੋਰ ਖੇਤਰਾਂ ਜੋ ਵੀ ਸਾਧਨ ਸੇਵਾਵਾਂ ਨੂੰ ਆਮਦਨ ਦੇ ਰੂਪ ਵਿੱਚ ਪੈਸੇ ਪ੍ਰਾਪਤ ਹੁੰਦੇ ਨੇ, ਮੁਦਰਾ ਪ੍ਰਾਪਤ ਹੁੰਦੀ ਹੈ, ਉਸ ਨੂੰ ਕੀ ਕੀਤਾ ਜਾਂਦਾ ਹੈ, ਉਪਭੋਗ ਦੇ ਉੱਪਰ ਖਰਚ ਕੀਤਾ ਜਾਂਦਾ ਹੈ। ਵੱਖ-ਵੱਖ ਖੇਤਰਾਂ ਦੁਆਰਾ ਜੋ ਵੀ ਉਪਭੋਗ ਤੇ ਖਰਚ ਕੀਤਾ ਜਾਂਦਾ ਉਹ ਵੀ ਕੀ ਹੁੰਦਾ ਹੈ, ਮੌਦਰਿਕ ਪ੍ਰਵਾਹ ਦੇ ਰੂਪ ਵਿੱਚ ਹੁੰਦਾ ਹੈ। ਫਿਰ ਤੋਂ ਦੁਆਰਾ ਕੀ ਉਤਪਾਦਕ ਖੇਤਰ ਦੇ ਕੋਲ ਆਮਦਨ ਆ ਜਾਂਦੀ ਹੈ। ਆਪਾਂ ਦੇਖ ਸਕਦੇ ਹਾਂ ਕਿ ਉਤਪਾਦਨ ਪੱਖ ਦੇ ਵਿੱਚ ਪਹਿਲਾਂ ਕੀ ਹੈ, ਵਸਤੂਆਂ ਤੇ ਸੇਵਾਵਾਂ ਦਾ ਉਤਪਾਦਨ ਕੀਤਾ ਜਾਂਦਾ ਘਰੇਲੂ ਖੇਤਰ ਤੋਂ ਉਤਪਾਦਨ ਦੇ ਸਾਧਨ ਲੈ ਕੇ, ਫਿਰ ਦੁਆਰਾ ਉਹਨਾਂ ਦੇ ਵਿੱਚ ਆਮਦਨ ਦੀ ਵੰਡ ਕੀਤੀ ਜਾਂਦੀ ਹੈ। ਉਸ ਆਮਦਨ ਨੂੰ ਖਰਚਿਆ ਜਾਂਦਾ ਹੈ ਘਰੇਲੂ ਖੇਤਰ ਤੇ ਹੋਰ ਖੇਤਰਾਂ ਦੁਆਰਾ। ਫਿਰ ਤੋਂ ਦੁਆਰਾ ਕੀ ਉਤਪਾਦਕ ਖੇਤਰ ਨੂੰ ਆਮਦਨ ਹੁੰਦੀ ਹੈ, ਉਸ ਆਮਦਨ ਨੂੰ ਦੁਆਰਾ ਸਰਕੂਲੇਸ਼ਨ ਦੇ ਵਿੱਚ ਵਸਤੂਆਂ ਤੇ ਸੇਵਾਵਾਂ ਨੂੰ ਪੈਦਾ ਕਰਨ ਦੇ ਵਿੱਚ ਖਰਚਿਆ ਜਾਂਦਾ ਹੈ। ਸੋ ਆਪਾਂ ਦੇਖ ਸਕਦੇ ਹਾਂ ਕਿ ਇਹ ਫੇਸ ਜਿਹੜੀ ਹੈ ਲਗਾਤਾਰ ਕੰਟੀਨਿਊ ਚੱਲਦੀ ਰਹਿੰਦੀ ਹੈ। ਪਹਿਲੀ ਫੇਸ ਦੇ ਵਿੱਚ ਉਤਪਾਦਨ ਹੁੰਦਾ ਹੈ, ਦੂਸਰੀ ਫੇਸ ਦੇ ਵਿੱਚ ਕੀ ਆ, ਆਮਦਨ ਦਿੱਤੀ ਜਾਂਦੀ ਹੈ ਉਤਪਾਦਨ ਦੇ ਸਾਧਨਾਂ ਨੂੰ। ਤੀਸਰੀ ਫੇਸ ਦੇ ਵਿੱਚ ਕੀ ਕੀਤਾ ਜਾਂਦਾ ਹੈ, ਉਸ ਆਮਦਨ ਨੂੰ ਵਸਤੂਆਂ ਤੇ ਸੇਵਾਵਾਂ ਤੇ ਖਰਚ ਕੀਤਾ ਜਾਂਦਾ ਹੈ। ਫਿਰ ਤੋਂ ਦੁਬਾਰਾ ਕੀ ਉਤਪਾਦਨ ਦੇ ਖੇਤਰ ਨੂੰ ਆਮਦਨ ਹੋ ਜਾਂਦੀ ਹੈ, ਉਸ ਨੂੰ ਦੁਬਾਰਾ ਫਿਰ ਉਤਪਾਦਨ ਕਰਨ ਦੇ ਲਈ ਖਰਚਿਆ ਜਾਂਦਾ ਹੈ। ਸੋ ਆਪਾਂ ਕਹਿ ਸਕਦੇ ਇਸੇ ਕਰਕੇ ਇਸ ਨੂੰ ਚੱਕਰੀ ਰੂਪ ਵਿੱਚ ਕਹਿ ਸਕਦੇ ਹਾਂ
कि प्रवाह की लगातार ਚੱਕਰੀ रूप ਵਿੱਚ वास्तविक ਤੇ ਮੌਦਰਿਕ रूप ਵਿੱਚ ਚੱਲਦਾ ਰਹਿੰਦਾ ਹੈ। ਸੋ ਇਸ ਫਲੋ ਚਾਰਟ ਤੋਂ ਅਸੀਂ ਕਲੀਅਰ ਕਰ ਸਕਦੇ ਹਾਂ ਕਿ ਆਮਦਨ ਤੇ ਉਤਪਾਦਨ ਦਾ ਚੱਕਰੀ ਪ੍ਰਵਾਹ ਕੀ ਹੈ, ਉਹ ਲਗਾਤਾਰ ਕੰਟੀਨਿਊ ਪ੍ਰੋਸੈਸ ਦੇ ਵਿੱਚ ਚੱਲਦਾ ਰਹਿੰਦਾ ਹੈ। ਆਮਦਨ ਅਤੇ ਉਤਪਾਦ ਦੇ ਚੱਕਰੀ ਪ੍ਰਵਾਹ ਦੇ ਪਾਠ ਦੇ ਆਖਰੀ ਜਿਹੜੇ 2 ਟੌਪਿਕ ਹਨ ਜੋ ਕਿ 2-2 ਨੰਬਰ 'ਚ ਸਾਨੂੰ ਪੁੱਛੇ ਜਾ ਸਕਦੇ, ਅਸੀਂ ਉਹਨਾਂ ਦੇ ਬਾਰੇ ਪੜ੍ਹਨ ਜਾ ਰਹੇ ਹਾਂ। ਸਭ ਤੋਂ ਪਹਿਲਾ ਹੈ ਵਾਪਸੀ, ਵਿਦਡਰਾਅਲ, ਲੀਕੇਜ। ਇਹਨਾਂ ਤਿੰਨਾਂ ਦਾ ਅਰਥ ਸੇਮ ਹੈ। ਇਹਨਾਂ ਦਾ ਅਰਥ ਕੀ ਹੈ? ਆਮਦਨ ਦਾ ਜੋ ਹਿੱਸਾ ਬਚਾ ਕੇ ਰੱਖ ਲਿਆ ਜਾਂਦਾ ਆਮਦਨ ਦੇ ਵਿੱਚੋਂ, ਉਸ ਨੂੰ ਦੁਬਾਰਾ ਆਮਦਨ ਦੇ ਚੱਕਰੀ ਪ੍ਰਵਾਹ ਵਿੱਚ ਨਹੀਂ ਲਿਆਂਦਾ ਜਾਂਦਾ, ਉਸ ਹਿੱਸੇ ਨੂੰ ਅਸੀਂ ਕੀ ਕਹਾਂਗੇ? ਵਿਦਡਰਾਅਲ, ਲੀਕੇਜ ਜਾਂ ਵਾਪਸੀ। ਇਹ ਕਿਵੇਂ ਕੀਤਾ ਜਾਂਦਾ ਹੈ? ਘਰੇਲੂ ਖੇਤਰ ਦੁਆਰਾ ਬੱਚਤ ਦੇ ਰੂਪ ਵਿੱਚ ਜਿਹੜਾ ਹਿੱਸਾ ਜਿਹੜਾ ਆਮਦਨ ਦਾ ਬਚਾ ਕੇ ਰੱਖ ਲਿਆ ਜਾਂਦਾ ਹੈ, ਆਮਦਨ ਦਾ ਜਿਹੜਾ ਹਿੱਸਾ ਸਰਕਾਰੀ ਖੇਤਰ ਦੁਆਰਾ ਟੈਕਸ ਦੇ ਦੁਆਰਾ ਵਿੱਚੋਂ ਆਮਦਨ ਦੇ ਚੱਕਰੀ ਪ੍ਰਵਾਹ ਚੋਂ ਕੱਢ ਲਿਆ ਜਾਂਦਾ ਹੈ। ਇਸੇ ਤਰੀਕੇ ਨਾਲ ਬਾਕੀ ਵਿਸ਼ਵ ਖੇਤਰ ਦੁਆਰਾ ਆਜ਼ਾਦ ਦੇ ਰੂਪ ਵਿੱਚ ਜਿਹੜਾ ਆਮਦਨ ਦਾ ਹਿੱਸਾ ਬਾਹਰ ਚਲਾ ਜਾਂਦਾ ਹੈ ਸਾਡੇ ਦੇਸ਼ ਤੋਂ, ਉਹ ਸਾਰੇ ਕੀ ਹੈ? ਇਹ ਉਦਾਹਰਨਾਂ ਹਨ ਵਾਪਸੀ, ਵਿਦਡਰਾਅਲ ਜਾਂ ਲੀਕੇਜ ਦੀਆਂ। ਇਹਦੇ ਨਾਲ ਕੀ ਹੁੰਦਾ ਹੈ? ਆਮਦਨ ਦਾ ਚੱਕਰੀ ਪ੍ਰਵਾਹ ਦਾ ਜਿਹੜਾ ਪੱਧਰ ਆ ਉਹ ਨੀਵਾਂ ਚਲਾ ਜਾਂਦਾ, ਹੇਠਾਂ ਚਲਾ ਜਾਂਦਾ, ਕਿਉਂਕਿ ਆਮਦਨ ਦਾ ਕੁਝ ਹਿੱਸਾ ਕੀ ਆ? ਸਰਕੂਲੇਸ਼ਨ ਚੋਂ ਬਾਹਰ ਹੋ ਜਾਂਦਾ ਹੈ, ਬੱਚਤ ਦੇ ਰੂਪ ਵਿੱਚ, ਕਰ ਦੇ ਰੂਪ ਵਿੱਚ, ਆਜ਼ਾਦ ਦੇ ਰੂਪ ਵਿੱਚ। ਸੈਕੰਡ ਜਿਹੜਾ ਪੁਆਇੰਟ ਹੈ ਉਹ ਹੈ ਸਮਾਵੇਸ਼। ਸਮਾਵੇਸ਼ ਨੂੰ ਆਪਾਂ ਇੰਜੈਕਸ਼ਨ ਵੀ ਕਹਿੰਦੇ ਆ। ਇਹ ਹੈ ਆਮਦਨ ਅਤੇ ਚੱਕਰੀ ਪ੍ਰਵਾਹ ਦੇ ਵਿੱਚ ਹੋਣ ਵਾਲਾ ਵਾਧਾ। ਇਹ ਜਿਹੜਾ ਵਾਧਾ ਹੈ ਆਮਦਨ ਦੇ ਚੱਕਰੀ ਪ੍ਰਵਾਹ ਦੇ ਵਿੱਚ ਬਾਹਰੋਂ ਕੀਤਾ ਜਾਂਦਾ ਹੈ। ਕਿਵੇਂ ਕੀਤਾ ਜਾਂਦਾ ਹੈ? ਨਿਵੇਸ਼ ਦੇ ਰੂਪ ਵਿੱਚ ਉਤਪਾਦਕ ਖੇਤਰ ਵੱਲੋਂ ਕੀਤਾ ਜਾਂਦਾ ਹੈ, ਸਰਕਾਰੀ ਖਰਚ ਦੇ ਰੂਪ ਵਿੱਚ ਸਰਕਾਰ ਵੱਲੋਂ ਕੀਤਾ ਜਾਂਦਾ ਹੈ, ਤੇ ਨਿਰਯਾਤ ਦੇ ਰੂਪ ਵਿੱਚ ਕੀ ਹੈ? ਬਾਕੀ ਵਿਸ਼ਵ ਖੇਤਰ ਦੁਆਰਾ ਕੀਤਾ ਜਾਂਦਾ ਹੈ। ਤੁਹਾਨੂੰ 1 ਜਾਂ 2 ਨੰਬਰ ਦੇ ਵਿੱਚ ਇਹਨਾਂ ਦਾ ਮੀਨਿੰਗ ਪੁੱਛਿਆ ਜਾ ਸਕਦਾ, ਇਹਨਾਂ ਦੀ ਉਦਾਹਰਨ ਪੁੱਛੀ ਜਾ ਸਕਦੀ, ਇਹਨਾਂ ਦਾ ਅੰਤਰ ਪੁੱਛਿਆ ਜਾ ਸਕਦਾ ਹੈ। ਸੋ ਇਹ ਦੋਨੋਂ ਹੀ ਕੁਐਸਚਨ ਜਿਹੜੇ ਇੱਕ ਕਿਸਮ ਦੇ ਆਪਾਂ ਕਹਿ ਸਕਦੇ ਉਲਟ ਹੈ। ਇਹਦੇ ਵਿੱਚ ਕੀ ਹੈ? ਆਮਦਨ ਦਾ ਪ੍ਰਵਾਹ ਹੇਠਾਂ ਚਲਾ ਜਾਂਦਾ ਹੈ, ਇੱਧਰ ਕੀ ਆਮਦਨ ਦਾ ਪ੍ਰਵਾਹ ਵਿੱਚ ਵਾਧਾ ਹੁੰਦਾ ਹੈ। ਇਹਨਾਂ ਦੀਆਂ ਉਦਾਹਰਨਾਂ ਬੱਚਤ, ਕਰ, ਆਯਾਤ। ਇਸ ਦੀਆਂ ਉਦਾਹਰਨਾਂ ਹੈ ਨਿਵੇਸ਼, ਸਰਕਾਰੀ ਖਰਚ ਤੇ ਨਿਰਯਾਤ। ਸੋ ਉਮੀਦ ਹੈ ਤੁਹਾਨੂੰ ਇਹ ਟੌਪਿਕ ਕਲੀਅਰ ਹੋ ਗਿਆ ਹੋਵੇਗਾ। ਸੋ ਅੱਜ ਦੀ ਵੀਡੀਓ ਨਾਲ ਰਿਲੇਟਡ ਜਿਹੜਾ ਗੂਗਲ ਕੁਇਜ਼ ਹੈ ਮੈਂ ਡਿਸਕ੍ਰਿਪਸ਼ਨ 'ਚ ਦਿੱਤਾ ਹੈ। ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਤੁਸੀਂ ਉਸ ਗੂਗਲ ਕੁਇਜ਼ ਨੂੰ ਆਸਾਨੀ ਨਾਲ ਸੋਲਵ ਕਰ ਸਕਦੇ ਆ, ਸੋਲਵ ਕਰਕੇ ਸਬਮਿਟ ਕਰ ਸਕਦੇ ਆ। ਅੱਜ ਦੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕਸ।